ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇਤ ਤੇ। ਕਿਤਾਬ ਕਰ ਲਓ ਦੁਨੀਆ ਮੁੱਠੀ ਵਿੱਚ। ਲੇਖਕ ਸਵੀਟ ਮਾਰਟਨ। ਲੇਖ ਦਾ ਨਾਮ ਦੂਸਰਿਆਂ ਤੋਂ ਕੰਮ ਕਰਾਉਣ ਦੀ ਕਲਾ। ਇੱਕ ਵਪਾਰੀ ਮੇਰਾ ਮਿੱਤਰ ਹੈ। ਉਹ ਇੰਨਾ ਨਿਮਰ ਅਤੇ ਸੱਜਣ ਹੈ ਕਿ ਜਿਵੇਂ ਕੋਈ ਭੱਦਰ ਔਰਤ ਹੋ ਸਕਦੀ ਹੈ। ਉਹ ਕਦੇ ਦੂਸਰਿਆਂ ਉੱਤੇ ਇਲਜ਼ਾਮੀ ਹਮਲਾ ਨਹੀਂ ਕਰਦਾ, ਕਦੇ ਸੰਧੀ ਨਹੀਂ ਮਾਰਦਾ। ਉਸ ਨੂੰ ਕੰਮ ਕਰਾਉਣ ਦਾ ਬਹੁਤ ਵਧੀਆ ਢੰਗ ਪਤਾ ਹੈ। ਸਹਿਜੇ ਹੀ ਉਹ ਦੂਸਰਿਆਂ ਤੋਂ ਮਨ ਚਾਹਿਆ ਕੰਮ ਕਰਾ ਲੈਂਦਾ ਹੈ। ਬਿਨਾਂ ਸ਼ੋਰ ਮਚਾਏ, ਬਿਨਾਂ ਧੋਖਾ ਦਿੱਤੇ ਹੀ ਉਹ ਆਪਣਾ ਸਾਰਾ ਕੰਮ ਕਰਾ ਲੈਂਦਾ ਹੈ। ਉਸ ਦੇ ਕੰਮ ਇਸ ਪ੍ਰਕਾਰ ਹੀ ਅਚਾਨਕ ਹੁੰਦੇ ਜਾਂਦੇ ਹਨ ਜਿਵੇਂ ਸੂਰਜ ਨਿਕਲਣ ਤੇ ਕਮਲ ਦੀਆਂ ਪੰਖੜੀਆਂ ਆਪਣੇ ਆਪ ਖਿਲਣ ਲੱਗ ਜਾਂਦੀਆਂ ਹਨ। ਉਹ ਬੜੀ ਨਿਮਰਤਾ ਨਾਲ, ਕੋਮਲਤਾ ਨਾਲ ਆਪਣਾ ਕਥਨ ਅੱਗੇ ਵਧਾਉਂਦਾ ਹੈ ਅਤੇ ਲੋਕ ਉਸ ਦਾ ਕੰਮ ਕਰਕੇ ਖੁਸ਼ ਹੁੰਦੇ ਹਨ। ਕਿਸੇ ਵੀ ਵਿਅਕਤੀ ਨੂੰ ਇਹ ਅਨੁਭਵ ਨਹੀਂ ਹੁੰਦਾ ਕਿ ਉਹ ਵਪਾਰੀ ਉਸ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਿਹਾ ਹੋਵੇ। ਕਿਸੇ ਨੂੰ ਵੀ ਇਹ ਪ੍ਰਤੀਤ ਨਹੀਂ ਹੁੰਦਾ ਕਿ ਉਹ ਵਪਾਰੀ ਉਸ ਦੀ ਇੱਛਾ ਦੇ ਵਿਰੁੱਧ ਉਸ ਤੋਂ ਕੰਮ ਕਰਾ ਰਿਹਾ ਹੈ। ਉਹ ਜੋ ਕੁਝ ਕਰਾਉਣਾ ਚਾਹੁੰਦਾ ਹੈ, ਜ਼ਿਆਦਾਤਰ ਵਿਅਕਤੀ ਉਸ ਨੂੰ ਆਪਣੀ ਇੱਛਾ ਸਮਝ ਕੇ ਉਸ ਨੂੰ ਕਰਨ ਵਿੱਚ ਜੁਟ ਜਾਂਦੇ ਹਨ। ਉਸ ਨੇ ਆਪਣੀ ਵਿਹਾਰ ਨੀਤੀ ਨੂੰ ਕੋਮਲ ਬਣਾ ਲਿਆ ਹੈ, ਆਪਣੀ ਵਿਹਾਰ ਕੁਸ਼ਲਤਾ ਨੂੰ ਇੰਨਾ ਭੱਦਰ ਬਣਾ ਲਿਆ ਹੈ ਅਤੇ ਆਤਮ ਵਿਸ਼ਵਾਸ ਨੂੰ ਇੰਨਾ ਤਕੜਾ ਬਣਾ ਲਿਆ ਹੈ ਕਿ ਹੋਰ ਲੋਕ ਤੁਰੰਤ ਹੀ ਪਤਾ ਨਹੀਂ ਕਿਉਂ ਉਸ ਦੇ ਨਾਲ ਸਹਿਮਤ ਹੋ ਜਾਂਦੇ ਹਨ। ਉਸ ਵਪਾਰੀ ਕੋਲ ਲੋਕ ਬੜੀ ਭਾਰੀ ਸੰਖਿਆ ਵਿੱਚ ਕੰਮ ਕਰਦੇ ਹਨ। ਫਿਰ ਵੀ ਕਦੇ ਵੀ ਕਿਸੇ ਨੇ ਉਸ ਵਪਾਰੀ ਨੂੰ ਕ੍ਰੋਧ ਕਰਦੇ ਜਾਂ ਆਪਣਾ ਅਧਿਕਾਰ ਜਤਾਉਂਦੇ ਹੋਏ ਕਠੋਰ ਸ਼ਬਦ ਬੋਲਦੇ ਨਹੀਂ ਦੇਖਿਆ। ਉਹ ਇੰਨਾ ਸੱਜਣ ਹੈ ਕਿ ਉਸ ਨਾਲ ਵਾਕਫ ਵਿਅਕਤੀ ਅਕਸਰ ਹੈਰਾਨ ਹੋਇਆ ਕਰਦੇ ਹਨ ਕਿ ਉਹ ਆਪਣੇ ਕਾਰਖਾਨੇ ਵਿੱਚ ਅਨੁਸ਼ਾਸਨ ਕਿਸ ਪ੍ਰਕਾਰ ਕਾਇਮ ਰੱਖਦਾ ਹੈ। ਫਿਰ ਵੀ ਉਸ ਦਾ ਹਰੇਕ ਕੰਮ ਘੜੀ ਦੀ ਤਰ੍ਹਾਂ ਸਮੇਂ ਉੱਤੇ ਹੁੰਦਾ ਰਹਿੰਦਾ ਹੈ। ਉਸ ਦੇ ਕਰਮਚਾਰੀ ਉਸ ਦੀ ਬੜੀ ਇੱਜ਼ਤ ਕਰਦੇ ਹਨ। ਉਹ ਉਸ ਨੂੰ ਪਿਆਰਾ ਮੰਨਦੇ ਹਨ, ਕਾਰਨ ਉਹ ਹਮੇਸ਼ਾ ਹੀ ਦਇਆਵਾਨ, ਵਿਚਾਰਵਾਨ, ਪਰਹਿਤਕਾਰੀ, ਮਿੱਠਭਾਸ਼ੀ ਹੈ। ਉਹ ਕਦੇ ਕਿਸੇ ਨੂੰ ਝਿੜਕਦਾ ਨਹੀਂ, ਤਾਨੇ ਨਹੀਂ ਦਿੰਦਾ, ਵਿਅੰਗ ਨਹੀਂ ਕੱਸਦਾ, ਗਾਲਾਂ ਨਹੀਂ ਦਿੰਦਾ। ਪਰੰਤੂ ਕਰਮਚਾਰੀ ਇਹ ਜਾਣਦੇ ਹਨ ਕਿ ਜਦੋਂ ਉਸਨੇ ਹੁਕਮ ਦੇ ਦਿੱਤਾ ਤਾਂ ਉਹ ਕੰਮ ਜ਼ਰੂਰ ਪੂਰਾ ਹੋਣਾ ਚਾਹੀਦਾ ਹੈ। ਉਸ ਦੀ ਆਗਿਆ ਦਾ ਪਾਲਣ ਜ਼ਰੂਰ ਹੋਣਾ ਚਾਹੀਦਾ ਹੈ। ਇੱਕ ਹੋਰ ਵਿਅਕਤੀ ਹੈ, ਉਪਰੋਕਤ ਵਪਾਰੀ ਦੇ ਕਾਰਖਾਨੇ ਦੇ ਕੋਲ ਹੀ ਉਹ ਵੀ ਕੰਮ ਕਰਦਾ ਹੈ। ਉਸ ਦੀ ਉਮਰ ਵੀ ਉਸ ਵਪਾਰੀ ਦੇ ਬਰਾਬਰ ਹੀ ਹੈ, ਪਰੰਤੂ ਉਸ ਵਪਾਰੀ ਨਾਲੋਂ ਉਸ ਦੀਆਂ ਆਦਤਾਂ ਅਲੱਗ ਹਨ। ਜਰਾ ਜਿੰਨੀ ਗੱਲ ਤੇ ਉਹ ਚੀਕਣ ਅਤੇ ਗਾਲਾਂ ਬਕਣ ਲੱਗ ਪੈਂਦਾ ਹੈ। ਹਰ ਗੱਲ ਵਿੱਚ ਉਹ ਮਨੀ ਮੇਖ ਕੱਢਦਾ ਹੈ, ਹਰ ਕੰਮ ਵਿੱਚ ਦੋਸ਼ ਕੱਢਦਾ ਹੈ ਅਤੇ ਝਿੜਕਦਾ ਹੈ। ਉਹ ਕਦੇ ਵੀ ਕਰਮਚਾਰੀਆਂ ਨੂੰ ਕੰਮ ਕਰਨ ਨੂੰ ਮਿੱਤਰਤਾ ਦੇ ਢੰਗ ਨਾਲ ਨਹੀਂ ਕਹਿੰਦਾ, ਬਲਕਿ ਹੁਕਮ ਚਲਾਉਂਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਉਹ ਕਰਮਚਾਰੀਆਂ ਨੂੰ ਅਪ੍ਰਿਯ ਹੈ, ਯਾਨੀ ਕਰਮਚਾਰੀ ਉਸ ਨੂੰ ਪਿਆਰ ਨਹੀਂ ਕਰਦੇ, ਉਸ ਦਾ ਆਦਰ ਸਤਿਕਾਰ ਨਹੀਂ ਕਰਦੇ। ਮਜਬੂਰੀ ਵਿੱਚ ਉਸ ਦੇ ਕੋਲ ਕੰਮ ਕਰਦੇ ਜ਼ਰੂਰ ਹਨ, ਪਰੰਤੂ ਹਰ ਵੇਲੇ ਉਸ ਤੋਂ ਡਰਦੇ ਰਹਿੰਦੇ ਹਨ। ਉਹ ਸਿਰਫ ਭੈ ਦੇ ਕਾਰਨ ਉਸ ਦੀ ਆਗਿਆ ਪਾਲਣ ਕਰਦੇ ਹਨ। ਚੰਗੇ ਕਾਰਜਕਰਤਾ ਉਸ ਦੇ ਕੋਲ ਨਹੀਂ ਟਿਕਦੇ। ਨਤੀਜਾ ਇਹ ਹੈ ਕਿ ਉਸ ਨੂੰ ਅਨਾੜੀ ਅਤੇ ਅਕੁਸ਼ਲ ਕਰਮਚਾਰੀ ਰੱਖਣੇ ਪੈਂਦੇ ਹਨ। ਕੁਸ਼ਲ, ਸੰਸਕ੍ਰਿਤ, ਸ਼ਾਂਤ ਸੁਭਾਅ, ਉੱਚ ਕੋਟੀ ਦੇ ਕਾਰੀਗਰ ਉਸ ਦੇ ਕੋਲ ਕੰਮ ਕਰਨਾ ਪਸੰਦ ਨਹੀਂ ਕਰਦੇ। ਇਸ ਲਈ ਉਸ ਦੇ ਕਾਰਖਾਨੇ ਦਾ ਉਤਪਾਦਨ ਘਟੀਆ ਹੁੰਦਾ ਹੈ। ਗਰਜਨ ਵਾਲਾ ਵਿਅਕਤੀ ਦੂਸਰਿਆਂ ਤੋਂ ਭਲੀ ਭਾਂਤੀ ਕੰਮ ਨਹੀਂ ਕਰਾ ਸਕਦਾ, ਕਿਉਂਕਿ ਉਹ ਹਰ ਸਮੇਂ ਕਰਮਚਾਰੀਆਂ ਨੂੰ ਗਰਦਨ ਤੋਂ ਫੜੀ ਰੱਖਦਾ ਹੈ। ਉਹ ਉਹਨਾਂ ਨੂੰ ਪੰਜੇ ਵਿੱਚ ਦਬੋਚੀ ਰੱਖਦਾ ਹੈ। ਕਰਮਚਾਰੀ ਨੌਕਰੀ ਛੁੱਟ ਜਾਣ ਦੇ ਡਰੋਂ ਤਰਸਤ ਰਹਿੰਦੇ ਹਨ, ਇਸ ਲਈ ਸ਼ਾਂਤ ਚਿੱਤ ਅਤੇ ਸੰਤੁਲਿਤ ਦਿਮਾਗ ਨਾਲ ਕੰਮ ਨਹੀਂ ਕਰ ਸਕਦੇ। ਕਰਮਚਾਰੀ ਸਰਵ ਉੱਤਮ ਕੰਮ ਉਦੋਂ ਕਰਦੇ ਹਨ ਜਦੋਂ ਉਹ ਹੁਕਮ ਕਰਨ ਵਾਲੇ ਦੀ ਇੱਜ਼ਤ ਕਰਦੇ ਹੋਣ, ਜਦੋਂ ਕੰਮ ਦੇ ਲਈ ਉਹਨਾਂ ਦੇ ਅੰਦਰੋਂ ਉਤਸ਼ਾਹ ਪ੍ਰਾਪਤ ਹੋ ਰਿਹਾ ਹੋਵੇ, ਜਦੋਂ ਉਹਨਾਂ ਨੂੰ ਕੰਮ ਨਾਲ ਪਿਆਰ ਹੋਵੇ। ਸੰਘਰਸ਼ ਅਤੇ ਪ੍ਰਤੀਯੋਗਤਾ ਦੇ ਇਸ ਯੁੱਗ ਵਿੱਚ ਜਦ ਕਿ ਜਨਤਾ ਦੁਆਰਾ ਉਤਪਾਦਨ ਪਸੰਦ ਕੀਤਾ ਜਾਣਾ ਬਹੁਤ ਜ਼ਰੂਰੀ ਹੋ ਗਿਆ ਹੈ, ਉਹੀ ਵਪਾਰਕ ਸੰਸਥਾਨ ਸਫਲ ਹੋ ਸਕਦੇ ਹਨ ਜਿਨ੍ਹਾਂ ਦਾ ਬਣਾਇਆ ਮਾਲ ਲੋਕਪ੍ਰਿਯ ਹੋਵੇ ਅਤੇ ਗਾਹਕ ਜਿਸ ਨੂੰ ਪਸੰਦ ਕਰਨ। ਪਰੰਤੂ ਗਾਹਕਾਂ ਨੂੰ ਉਹੀ ਮਾਲ ਪਸੰਦ ਆ ਸਕਦਾ ਹੈ ਜਿਸ ਦਾ ਉਤਪਾਦਨ ਕਰਮਚਾਰੀਆਂ ਨੇ ਰੁਚੀ, ਚਾਹ ਅਤੇ ਉਤਸ਼ਾਹ ਨਾਲ ਕੀਤਾ ਹੋਵੇ। ਇੱਕ ਬੈਂਕ ਦੇ ਅਧਿਕਾਰੀ ਜਾਣਦੇ ਹਨ ਕਿ ਜਾਂ ਤਾਂ ਉਹਨਾਂ ਨੂੰ ਨਿਸ਼ਚਿਤ ਰੂਪ ਵਿੱਚ ਲੋਕਪ੍ਰਿਯ ਹੋਣਾ ਹੋਵੇਗਾ ਜਾਂ ਉਹਨਾਂ ਦੀ ਨੌਕਰੀ ਛੁੱਟ ਜਾਵੇਗੀ। ਉਹ ਜਾਣਦੇ ਹਨ ਕਿ ਹੁਣ ਉਹ ਗਾਹਕਾਂ ਨਾਲ ਉਸ ਪ੍ਰਕਾਰ ਦਾ ਵਰਤਾਓ ਨਹੀਂ ਕਰ ਸਕਦੇ ਜੈਸਾ ਕਿ ਪਹਿਲਾਂ ਕੀਤਾ ਜਾਂਦਾ ਸੀ, ਜਦੋਂ ਕਿ ਗਿਣਵੇਂ ਹੀ ਬੈਂਕ ਹੁੰਦੇ ਸਨ। ਅੱਜ ਤਾਂ ਜਰਾ ਵੀ ਮਾੜਾ ਵਿਹਾਰ ਕਰਨ ਨਾਲ ਗਾਹਕ ਹੱਥੋਂ ਚਲਾ ਜਾਣ ਦਾ ਖਤਰਾ ਹੁੰਦਾ ਹੈ। ਅਣਗਿਣਤ ਬੈਂਕ ਹਨ, ਸਾਰੇ ਵਪਾਰ ਹਥਿਆਉਣ ਦਾ ਯਤਨ ਕਰਦੇ ਹਨ ਅਤੇ ਉਸ ਨੂੰ ਪ੍ਰਾਪਤ ਕਰਨ ਦੇ ਲਈ ਅਨੇਕ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਲਾਲਚ ਦਿਆ ਕਰਦੇ ਹਨ। ਇਹ ਜਾਣਨ ਦੇ ਲਈ ਕੋਈ ਬਹੁਤ ਡੂੰਘਾਈ ਵਿੱਚ ਜਾਣ ਦੀ ਜ਼ਰੂਰਤ ਨਹੀਂ ਕਿ ਕਿਸ ਪ੍ਰਕਾਰ ਦੇ ਵਿਹਾਰ ਨਾਲ ਗਾਹਕ ਪ੍ਰਸੰਨ ਰਹਿ ਸਕਦੇ ਹਨ ਅਤੇ ਗੱਲਾਂ ਬਰਾਬਰ ਹੋਣ 'ਤੇ ਵੀ ਵਪਾਰੀ ਲੋਕ ਉਸੇ ਬੈਂਕ ਨੂੰ ਪਹਿਲ ਦੇਣਗੇ ਜਿਸ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਵਰਤਾਓ ਪ੍ਰਸੰਨਤਾਦਾਇਕ, ਭੱਦਰਤਾਪੂਰਨ ਅਤੇ ਸ਼ਿਸ਼ਟ ਹੋਵੇਗਾ।
ਪਤਾ ਨਹੀਂ ਬਹੁਤ ਸਾਰੇ ਖਜ਼ਾਨਚੀ, ਲੇਖਾਕਾਰ, ਬੈਂਕ ਅਧਿਕਾਰੀ, ਨਿਗਮ ਦੇ ਕਲਰਕ ਅਤੇ ਜਨ ਸੇਵਾ ਵਿੱਚ ਨਿਯੁਕਤ ਵਿਅਕਤੀ ਜੋ ਸ਼ੀਸ਼ੇ ਦੀ ਖਿੜਕੀ ਦੇ ਪਿੱਛੇ ਬੈਠੇ ਕੰਮ ਕਰਦੇ ਹਨ, ਇੰਨੇ ਖੁਸ਼ਕ ਅਤੇ ਕਠੋਰ ਬੋਲਣ ਵਾਲੇ ਕਿਉਂ ਹੁੰਦੇ ਹਨ? ਕੀ ਉਹਨਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਗਾਹਕ ਨੂੰ ਦੱਸਣ ਕਿ ਉਹ ਉਹਨਾਂ ਦੇ ਲਈ ਸਿਰਦਰਦ ਹੈ? ਕੌੜੀ ਬੋਲੀ ਵਾਲਾ, ਖੁਸ਼ਕ ਅਤੇ ਕ੍ਰੋਧੀ ਹੋਣਾ ਕੀ ਗੁਣ ਹੈ? ਜਦੋਂ ਤੁਸੀਂ ਉਹਨਾਂ ਨੂੰ ਕੰਮ ਕਰਨ ਲਈ ਕਹਿ ਦਿੰਦੇ ਹੋ ਤਾਂ ਉਹਨਾਂ ਦਾ ਕੀ ਅਧਿਕਾਰ ਹੈ ਕਿ ਉਹ ਤੁਹਾਡਾ ਕੰਮ ਕਰਦੇ ਹੋਏ ਅਹਿਸਾਨ ਜਤਾਉਣ? ਜੇ ਤੁਹਾਡਾ ਕੰਮ ਕਰਦੇ ਹਨ ਤਾਂ ਆਪਣਾ ਹੀ ਕਰਤੱਵ ਪਾਲਣ ਕਰਦੇ ਹਨ, ਜਿਸ ਦੇ ਲਈ ਉਹਨਾਂ ਨੂੰ ਤਨਖਾਹ ਮਿਲਦੀ ਹੈ। ਇਹ ਮਨੁੱਖੀ ਸੁਭਾਅ ਹੈ ਕਿ ਉਹ ਨਿਮਰਤਾ ਦਾ ਵਿਹਾਰ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਸ ਦਾ ਉਚਿਤ ਆਦਰ ਕੀਤਾ ਜਾਵੇ। ਨਿਊਯਾਰਕ ਦਾ ਇੱਕ ਧਨਾਢ ਵਿਅਕਤੀ ਸੀ। ਬੈਂਕ ਵਿੱਚ ਉਸ ਦਾ ਬਹੁਤ ਜ਼ਿਆਦਾ ਧਨ ਜਮ੍ਹਾਂ ਸੀ। ਸ਼ਾਇਦ ਉਹ ਸਭ ਤੋਂ ਜ਼ਿਆਦਾ ਰਾਸ਼ੀ ਵਾਲੇ ਲੋਕਾਂ ਵਿੱਚੋਂ ਇੱਕ ਸੀ। ਇੱਕ ਦਿਨ ਇੱਕ ਬਾਬੂ ਨੇ ਉਸ ਨਾਲ ਅਪ੍ਰਿਯ ਵਿਹਾਰ ਕਰ ਦਿੱਤਾ। ਇਸ ਧਨਾਢ ਵਿਅਕਤੀ ਨੇ ਆਪਣੀ ਸਾਰੀ ਰਕਮ ਬੈਂਕ ਵਿੱਚੋਂ ਕਢਵਾ ਲਈ ਤੇ ਆਪਣਾ ਖਾਤਾ ਬੰਦ ਕਰਾ ਦਿੱਤਾ। ਉਹ ਕਿਸੇ ਹੋਰ ਬੈਂਕ ਵਿੱਚ ਆਪਣੀ ਰਾਸ਼ੀ ਜਮ੍ਹਾਂ ਕਰਵਾ ਆਇਆ। ਗੱਲ ਮਾਮੂਲੀ ਜਿਹੀ ਸੀ। ਇੱਕ ਦਿਨ ਉਹ ਚੈੱਕ ਕੈਸ਼ ਕਰਵਾਉਣ ਗਿਆ। ਉਸਨੇ ਬਾਬੂ ਦੇ ਸਾਹਮਣੇ ਕਾਊਂਟਰ ਉੱਤੇ ਆਪਣਾ ਟੋਪ ਉਤਾਰ ਕੇ ਰੱਖ ਦਿੱਤਾ। ਬਾਬੂ ਨੇ ਕਠੋਰ ਆਵਾਜ਼ ਵਿੱਚ ਕਿਹਾ, ਇੱਥੋਂ ਆਪਣਾ ਟੋਪ ਹਟਾ ਲਵੋ। ਧਨਾੜ ਨੇ ਉੱਤਰ ਦਿੱਤਾ, ਹੁਣੇ ਹਟਾ ਲੈਂਦਾ ਹਾਂ ਅਤੇ ਆਪਣਾ ਹਿਸਾਬ ਵੀ ਹਟਾ ਲੈਂਦਾ ਹਾਂ। ਬੈਂਕ ਦੇ ਉੱਚ ਕਰਮਚਾਰੀ ਅਕਸਰ ਹੈਰਾਨ ਹੁੰਦੇ ਹਨ ਕਿ ਉਸ ਅੱਛੇ ਡਿਪੋਜ਼ਿਟਰ ਨੇ ਆਪਣੀ ਰਕਮ ਕਿਉਂ ਕਢਵਾ ਲਈ, ਜਦ ਕਿ ਬੈਂਕ ਦੀ ਇੰਨੀ ਚੰਗੀ ਸ਼ਾਖ ਹੈ। ਪਰੰਤੂ ਉਹਨਾਂ ਨੇ ਕਾਰਨ ਦੀ ਡੂੰਘਾਈ ਵਿੱਚ ਜਾਣ ਦਾ ਯਤਨ ਨਹੀਂ ਕੀਤਾ ਕਿ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਭੱਦਰਤਾ ਦਾ ਵਿਹਾਰ ਨਹੀਂ ਸਿਖਾਇਆ। ਤੁਹਾਡਾ ਬੈਂਕ ਵੱਡਾ ਹੈ ਜਾਂ ਉਸ ਦੀ ਸ਼ਾਖ ਚੰਗੀ ਹੈ, ਇਸ ਨਾਲ ਦੂਸਰਿਆਂ ਨੂੰ ਕੀ ਲੱਗੇ? ਉਹ ਤੁਹਾਡੇ ਕੋਲ ਕੌੜੇ ਵਚਨ ਸੁਣਨ ਤਾਂ ਨਹੀਂ ਆਉਂਦੇ। ਇਸ ਦੇ ਉਲਟ ਜਿਸ ਬੈਂਕ ਦੇ ਕਰਮਚਾਰੀ ਦਾ ਵਿਹਾਰ ਭੱਦਰ ਅਤੇ ਸ਼ਾਲੀਨ ਹੋਵੇ, ਜਿਸ ਦੀ ਬਾਣੀ ਨਿਮਰ ਹੋਵੇ ਤੇ ਆਦਰਪੂਰਨ ਹੋਵੇ, ਉਸ ਬੈਂਕ ਵਿੱਚ ਦੂਰੋਂ ਦੂਰੋਂ ਆ ਕੇ ਲੋਕ ਆਪਣਾ ਖਾਤਾ ਖੋਲ੍ਹਦੇ ਹਨ। ਚੰਗੇ ਬੈਂਕ ਮੈਨੇਜਰ ਜਾਣਦੇ ਹਨ ਕਿ ਨਿਮਰਤਾ ਵਿੱਚ ਕਿੰਨੀ ਤਾਕਤ ਹੁੰਦੀ ਹੈ, ਅੱਛੇ ਵਿਹਾਰ ਵਿੱਚ ਕਿੰਨਾ ਆਕਰਸ਼ਣ ਹੁੰਦਾ ਹੈ, ਬੈਂਕ ਨੂੰ ਮਹਾਨ ਬਣਾਉਣ ਵਿੱਚ ਇਹਨਾਂ ਸਦਗੁਣਾਂ ਦਾ ਕਿੰਨਾ ਹੱਥ ਹੁੰਦਾ ਹੈ। ਕੈਮੀਕਲ ਨੈਸ਼ਨਲ ਬੈਂਕ ਨਿਊਯਾਰਕ ਦਾ ਪ੍ਰੈਜ਼ੀਡੈਂਟ ਵਿਲੀਅਮਸ ਇਸੇ ਪ੍ਰਕਾਰ ਦਾ ਵਿਅਕਤੀ ਸੀ, ਜੋ ਜਾਣਦਾ ਸੀ ਕਿ ਕਿਸੇ ਬੈਂਕ ਦਾ ਵਿਕਾਸ ਉਸ ਦੇ ਕਰਮਚਾਰੀਆਂ ਦੇ ਭੱਦਰ ਅਤੇ ਸ਼ਾਲੀਨ ਵਿਹਾਰ ਉੱਤੇ ਆਸ਼ਰਿਤ ਹੁੰਦਾ ਹੈ। ਕੋਮਲ ਬਾਣੀ, ਕੋਮਲ ਵਿਹਾਰ, ਗਾਹਕ ਦੀ ਸੁਵਿਧਾ ਦਾ ਧਿਆਨ, ਉਸ ਦੀ ਕਠਿਨਾਈ ਨੂੰ ਦੂਰ ਕਰਨ ਦਾ ਜ਼ਿਆਦਾ ਯਤਨ, ਇਹਨਾਂ ਹੀ ਗੱਲਾਂ ਦੇ ਧਿਆਨ ਨਾਲ ਵਿਲੀਅਮਸ ਨੇ ਆਪਣੇ ਬੈਂਕ ਨੂੰ ਇੰਨਾ ਚਮਕਾ ਦਿੱਤਾ ਸੀ ਕਿ ਜਿਸ ਸਮੇਂ ਉਸ ਦੀ ਮੌਤ ਹੋਈ, ਉਸ ਸਮੇਂ ਉਸ ਬੈਂਕ ਦੇ $100 ਦੇ ਸ਼ੇਅਰ ਦੀ ਕੀਮਤ $5000 ਸੀ। ਕਾਰਨ ਇਹੀ ਸੀ ਕਿ ਇਸ ਬੈਂਕ ਵਿੱਚ ਸਾਰੇ ਗਾਹਕਾਂ ਦੇ ਨਾਲ ਇੱਕ ਬਰਾਬਰ ਨਿਮਰਤਾ ਅਤੇ ਕੋਮਲਤਾ ਦਾ ਵਿਹਾਰ ਕੀਤਾ ਜਾਂਦਾ ਸੀ। ਵਿਲੀਅਮਸ ਹਮੇਸ਼ਾ ਇਸ ਗੱਲ ਉੱਤੇ ਜ਼ੋਰ ਦਿਆ ਕਰਦਾ ਸੀ ਕਿ ਬੈਂਕ ਦੇ ਵੱਡੇ ਤੋਂ ਵੱਡੇ ਅਧਿਕਾਰੀ ਤੋਂ ਲੈ ਕੇ ਛੋਟੇ ਤੋਂ ਛੋਟੇ ਚਪੜਾਸੀ ਤੱਕ ਦੇ ਲਈ ਉਸਨੇ ਭੱਦਰ ਅਤੇ ਸ਼ਾਲੀਨ ਵਿਹਾਰ ਦੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਉਦਾਹਰਣ ਦੇ ਨਾਲ ਤੁਸੀਂ ਖੁਦ ਸੋਚ ਸਕਦੇ ਹੋ ਕਿ ਨਿਮਰਤਾ ਦੇ ਵਿਹਾਰ ਦੀ ਕੀ ਕੀਮਤ ਹੁੰਦੀ ਹੈ। ਹਰੇਕ ਵਪਾਰ ਸੰਸਥਾਨ ਵਿੱਚ ਨਿਮਰਤਾ ਅਤਿਅੰਤ ਲਾਭਕਾਰੀ ਹੁੰਦੀ ਹੈ। ਮੁਨਾਫਾ ਕਮਾਉਣਾ ਹੈ ਤਾਂ ਨਿਮਰਤਾ ਸਿੱਖੋ, ਧਨ ਕੁਬੇਰ ਬਣਨਾ ਹੈ ਤਾਂ ਨਿਮਰਤਾ ਸਿੱਖੋ। ਮਨੁੱਖਾਂ ਦਾ ਇਹ ਸੁਭਾਅ ਹੀ ਹੈ ਕਿ ਉਹ ਅਸੁਵਿਧਾ ਸਹਿਣ ਕਰ ਲੈਂਦੇ ਹਨ, ਘਟੀਆ ਮਾਲ ਖਰੀਦ ਕੇ ਗੁਜ਼ਾਰਾ ਚਲਾ ਸਕਦੇ ਹਨ, ਪਰੰਤੂ ਉਸ ਵਪਾਰ ਸੰਸਥਾਨ ਨਾਲ ਉਹ ਸੰਬੰਧ ਰੱਖਣਾ ਪਸੰਦ ਨਹੀਂ ਕਰਦੇ ਜੋ ਆਪਣੇ ਗਾਹਕ ਨਾਲ ਖੁਸ਼ਕ ਅਤੇ ਅਭੱਦਰ ਵਿਹਾਰ ਕਰਦਾ ਹੋਵੇ। ਇੱਕ ਵਕਤ ਸੀ ਜਦੋਂ ਹਰ ਤਰ੍ਹਾਂ ਦੇ ਲੋਕ ਵਪਾਰ ਕਰ ਸਕਦੇ ਸਨ, ਬਸ ਮਾਲ ਦੀ ਹਾਜ਼ਰੀ ਅਤੇ ਪਹੁੰਚਾਉਣ ਦੇ ਸਾਧਨ ਦੀ ਜ਼ਰੂਰਤ ਹੁੰਦੀ ਸੀ। ਪਰੰਤੂ ਅੱਜ ਦੀ ਦੁਨੀਆ ਬਹੁਤ ਕੁਝ ਬਦਲ ਚੁੱਕੀ ਹੈ। ਅੱਜ ਕੰਪੀਟੀਸ਼ਨ ਇੰਨੇ ਜ਼ੋਰਾਂ ਦਾ ਹੈ, ਮੁਕਾਬਲੇ ਦੀ ਭਾਵਨਾ ਇੰਨੀ ਤੀਬਰ ਹੈ, ਈਰਖਾ ਦੀ ਮਾਤਰਾ ਇੰਨੀ ਵੱਧ ਚੁੱਕੀ ਹੈ ਕਿ ਹਰੇਕ ਕਲਾ ਨੂੰ ਵਪਾਰ ਦੀ ਸਹਾਇਤਾ ਦੇ ਲਈ ਨਿਯੋਜਿਤ ਕੀਤਾ ਗਿਆ ਹੈ, ਜਿਸ ਵਿੱਚ ਏਕੀਕੇਟ ਵੀ ਸ਼ਾਮਲ ਹਨ ਤਾਂ ਕਿ ਗਾਹਕਾਂ ਅਨੁਗਾਹਕਾਂ ਦੀ ਸੰਖਿਆ ਵਧਾਈ ਜਾ ਸਕੇ। ਹਾਲੇ 50 ਸਾਲ ਪਹਿਲਾਂ ਤੱਕ ਵੀ ਕਿਸੇ ਵਿਅਕਤੀ ਨੂੰ ਇਸ ਲਈ ਨੌਕਰੀ ਉੱਤੇ ਰੱਖ ਲਿਆ ਜਾਂਦਾ ਸੀ ਕਿ ਉਹ ਕੰਮ ਜਾਣਦਾ ਹੈ। ਉਸ ਸਮੇਂ ਉਸ ਦੇ ਵਿਅਕਤੀਤਵ ਜਾਂ ਆਚਾਰ ਵਿਹਾਰ ਉੱਤੇ ਕੁਝ ਧਿਆਨ ਨਹੀਂ ਦਿੱਤਾ ਜਾਂਦਾ ਸੀ। ਪਰੰਤੂ ਅੱਜ ਨੌਕਰੀ ਦੇਣ ਤੋਂ ਪਹਿਲਾਂ ਉਸ ਦੀਆਂ ਮਾਨਵਤਾਪੂਰਨ ਭਾਵਨਾਵਾਂ, ਪ੍ਰਸੰਨਤਾਦਾਇਕ ਵਿਅਕਤੀਤਵ, ਆਕਰਸ਼ਕ ਵਰਤਾਓ, ਭੱਦਰਤਾਪੂਰਨ ਮਿੱਠੀ ਬੋਲਚਾਲ ਆਦਿ ਗੁਣਾਂ 'ਤੇ ਖਾਸ ਧਿਆਨ ਰੱਖਿਆ ਜਾਂਦਾ ਹੈ। ਇਹਨਾਂ ਗੁਣਾਂ ਦੀ ਥੁੜ ਵਿੱਚ ਤੁਸੀਂ ਉੱਚੇ ਦਰਜੇ ਦੇ ਅਫਸਰ ਜਾਂ ਪ੍ਰਬੰਧਕ ਕਦੇ ਨਹੀਂ ਬਣ ਸਕਦੇ। ਖਾਸ ਕਰਕੇ ਉਹਨਾਂ ਵਿਅਕਤੀਆਂ ਨੂੰ ਨੌਕਰੀ ਉੱਤੇ ਰੱਖਦੇ ਹੋਏ ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਜਨ ਸਧਾਰਨ ਦੇ ਸੰਪਰਕ ਵਿੱਚ ਆਉਣਾ ਪੈਂਦਾ ਹੈ, ਜਿਸ ਦਾ ਆਮ ਜਨਤਾ ਨਾਲ ਵਾਸਤਾ ਪੈਂਦਾ ਹੈ। ਉਹਨਾਂ ਵਿੱਚ ਜੇ ਉੱਪਰ ਲਿਖੇ ਗੁਣ ਨਾ ਹੋਣ ਤਾਂ ਉਹ ਆਪਣੇ ਅਹੁਦੇ ਉੱਤੇ ਕਦੇ ਸਫਲ ਨਹੀਂ ਹੋ ਸਕਦੇ। ਅੱਜ ਕੱਲ੍ਹ ਮਿੱਤਰ ਬਣਾਉਣ ਦੀ ਕਲਾ, ਮਿੱਤਰਾਂ ਨੂੰ ਸਥਿਰ ਮਿੱਤਰਤਾ ਵਾਲੇ ਬਣਾਈ ਰੱਖਣ ਦੀ ਕਲਾ, ਦੂਸਰਿਆਂ ਨਾਲ ਜਲਦੀ ਤਾਲਮੇਲ ਅਤੇ ਮਧੁਰ ਸੰਪਰਕ ਬਣਾ ਲੈਣ ਦੀ ਯੋਗਤਾ ਕਿਸੇ ਵੀ ਕਰਮਚਾਰੀ ਵਿੱਚ ਬਹੁਮੁੱਲੇ ਗੁਣ ਮੰਨੇ ਜਾਂਦੇ ਹਨ, ਕਿਉਂਕਿ ਜਿਨ੍ਹਾਂ ਉੱਤੇ ਨੌਕਰੀ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ
ਉਹ ਜਾਣਦੇ ਹਨ ਕਿ ਕਠੋਰ ਵਚਨ ਬੋਲਣ ਵਾਲੇ, ਲਾਪਰਵਾਹ ਆਵਾਗੌਣ ਕਰਨ ਦੀ ਬਿਰਤੀ ਵਾਲੇ, ਖੁਦ ਨੂੰ ਦੂਸਰਿਆਂ ਨਾਲੋਂ ਉੱਚੀ ਸ਼੍ਰੇਣੀ ਦਾ ਸਮਝਣ ਵਾਲੇ ਵਿਅਕਤੀ ਨਿੱਜੀ ਖੇਤਰ ਵਿੱਚ ਗਾਹਕਾਂ ਅਤੇ ਸਾਰਵਜਨਿਕ ਖੇਤਰ ਵਿੱਚ ਗਾਹਕਾਂ ਨੂੰ ਦੂਰ ਭਜਾਉਣ ਵਾਲੇ ਹੁੰਦੇ ਹਨ। ਅੱਜ ਕੱਲ੍ਹ ਵੱਡੇ ਵਪਾਰਕ ਸੰਸਥਾਨਾਂ ਨੂੰ ਗਾਹਕਾਂ ਦੀ ਸੁਵਿਧਾ, ਰੁਚੀ ਅਤੇ ਸਦਭਾਵਨਾ ਦਾ ਖਿਆਲ ਰੱਖਣ ਦੀ ਬਹੁਤ ਜ਼ਰੂਰਤ ਹੁੰਦੀ ਹੈ। ਜਿੱਥੋਂ ਤੱਕ ਸੰਭਵ ਹੋਵੇ ਗਾਹਕਾਂ ਦੀ ਜ਼ਰੂਰਤ ਦੇ ਅਨੁਸਾਰ ਖੁਦ ਨੂੰ ਢਾਲਣਾ, ਗਾਹਕਾਂ ਨੂੰ ਪ੍ਰਸੰਨ ਕਰਨਾ, ਉਹਨਾਂ ਦੀ ਮਨਮਰਜ਼ੀ ਦਾ ਧਿਆਨ ਰੱਖਣਾ ਸਫਲ ਵਪਾਰੀ ਦੇ ਲਈ ਜ਼ਰੂਰੀ ਹੁੰਦਾ ਹੈ। ਗਾਹਕਾਂ ਦੇ ਲਈ ਉਡੀਕ ਘਰ, ਪੜ੍ਹਨ ਘਰ, ਸਟੇਸ਼ਨਰੀ, ਪ੍ਰਚਾਰਕ ਆਦਿ ਦਾ ਪ੍ਰਬੰਧ ਕਰਨ ਵਾਲੇ ਵਪਾਰੀ ਦੂਸਰਿਆਂ ਦੇ ਮੁਕਾਬਲੇ ਵਿੱਚ ਜ਼ਿਆਦਾ ਜਲਦੀ ਹੀ ਬਾਜੀ ਮਾਰ ਲੈਂਦੇ ਹਨ। ਕੁਸ਼ਲ ਵਪਾਰੀ ਜਾਣਦੇ ਹਨ ਕਿ ਗਾਹਕ ਵਧਾਉਣ ਅਤੇ ਪ੍ਰਸੰਨ ਰੱਖਣ ਵਿੱਚ ਜਿੰਨਾ ਹੱਥ ਨਿਮਰਤਾ ਅਤੇ ਭੱਦਰਤਾਪੂਰਨ ਬਾਣੀ ਦਾ ਹੈ, ਓਨਾ ਹੋਰ ਕਿਸੇ ਉਪਾਅ ਦਾ ਨਹੀਂ। ਇੱਕ ਵਿਅਕਤੀ ਹੈ, ਉਸ ਨੇ ਆਪਣੇ ਕੰਮ ਦਾ ਵਿਸ਼ਾਲ ਰੂਪ ਵਿੱਚ ਵਿਕਾਸ ਕਰ ਲਿਆ ਹੈ, ਸਿਰਫ ਇਸ ਲਈ ਕਿ ਉਹ ਹਮੇਸ਼ਾ ਹੀ ਗਾਹਕਾਂ ਨੂੰ ਸੰਤੁਸ਼ਟ ਕਰਨ ਦਾ ਖਿਆਲ ਰੱਖਦਾ ਹੈ। ਉਹ ਧਿਆਨ ਰੱਖਦਾ ਹੈ ਕਿ ਉਹਨਾਂ ਦਾ ਖਰਚ ਘੱਟ ਹੋਵੇ ਅਤੇ ਉਹਨਾਂ ਨੂੰ ਚੀਜ਼ ਮਨਮਰਜ਼ੀ ਦੀ ਉਪਯੋਗੀ ਮਿਲ ਜਾਵੇ। ਜੋ ਸਮਾਨ ਉਸ ਦੇ ਕੋਲ ਨਾ ਹੋਵੇ, ਉਸ ਨੂੰ ਵੀ ਉਹ ਵਾਜਬ ਕੀਮਤ 'ਤੇ ਮੰਗਵਾ ਕੇ ਗਾਹਕਾਂ ਨੂੰ ਦਿੰਦਾ ਹੈ। ਨਿਮਰਤਾ ਅਤੇ ਸਦਵਿਹਾਰ ਦਾ ਲਾਭ ਹਰੇਕ ਵਪਾਰਕ ਖੇਤਰ ਵਿੱਚ ਪ੍ਰਤੱਖ ਦੇਖਿਆ ਜਾ ਸਕਦਾ ਹੈ। ਇਸ ਲਈ ਕਰਮਚਾਰੀਆਂ ਦੀ ਨਿਯੁਕਤੀ ਕਰਦੇ ਸਮੇਂ ਹੋਰ ਗੁਣਾਂ ਦੇ ਇਲਾਵਾ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਉਹਨਾਂ ਵਿੱਚ ਨਿਮਰਤਾ, ਭੱਦਰਤਾ ਅਤੇ ਮਿੱਠੀ ਭਾਸ਼ਾ ਜ਼ਰੂਰ ਹੋਵੇ। ਏ.ਟੀ. ਸਟੀਵਰਟ ਦੀ ਸਫਲਤਾ ਦੇ ਹੋਰ ਕਾਰਨਾਂ ਵਿੱਚੋਂ ਇਹ ਵੀ ਇੱਕ ਵਿਸ਼ੇਸ਼ ਕਾਰਨ ਸੀ ਕਿ ਉਹ ਅਜਿਹੇ ਆਦਮੀਆਂ ਨੂੰ ਭਰਤੀ ਕਰਦਾ ਸੀ ਜੋ ਸੁੰਦਰ ਹੋਣ, ਨਿਮਰ ਹੋਣ, ਕੋਮਲ ਬਾਣੀ ਵਾਲੇ ਹੋਣ ਅਤੇ ਦੂਸਰਿਆਂ ਦਾ ਲਿਹਾਜ਼ ਕਰਨ ਵਾਲੇ ਹੋਣ। ਉਹ ਜਾਣਦਾ ਸੀ ਕਿ ਹੋਛੇ, ਖੁਦ ਨੂੰ ਉੱਚੀ ਸ਼੍ਰੇਣੀ ਦਾ ਸਮਝਣ ਵਾਲੇ, ਕੌੜੀ ਬੋਲੀ ਬੋਲਣ ਵਾਲੇ ਤੇ ਆਵਾਗਾਉਣ ਦੀ ਬਿਰਤੀ ਵਾਲੇ ਕਰਮਚਾਰੀ ਵਪਾਰ ਸੰਸਥਾਨ ਨੂੰ ਬੜਾ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਉਹ ਨੌਕਰੀ ਦੇਣ ਤੋਂ ਪਹਿਲਾਂ ਦੇਖ ਲੈਂਦਾ ਸੀ ਕਿ ਵਿਅਕਤੀ ਸੱਜਣ ਹੋਵੇ, ਸਦ ਵਿਹਾਰ ਕੁਸ਼ਲ ਹੋਵੇ, ਭੱਦਰ ਹੋਵੇ, ਕੋਮਲ ਭਾਸ਼ੀ ਹੋਵੇ ਅਤੇ ਦੂਸਰਿਆਂ ਦੀ ਦਿੱਕਤ ਨੂੰ ਸਮਝਣ ਵਾਲਾ ਹੋਵੇ। ਭੱਦਰ ਵਿਹਾਰ ਸਫਲਤਾ ਦੀ ਅਤੇ ਕੌੜਾ ਵਿਹਾਰ ਅਸਫਲਤਾ ਦੀ ਕੁੰਜੀ ਹੈ। ਇੱਕ ਲੜਕੀ ਹੈ, 3 ਸਾਲ ਪਹਿਲਾਂ ਉਹ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਲੱਗੀ ਹੋਈ ਸੀ। ਉਹ ਚਾਹੇ ਆਕਰਸ਼ਕ ਨਹੀਂ ਸੀ, ਫਿਰ ਵੀ ਉਸਨੇ ਇੱਕ ਖੂਬੀ ਦਾ ਵਿਕਾਸ ਕਰ ਲਿਆ ਸੀ ਕਿ ਉਹ ਹਰੇਕ ਗਾਹਕ ਦਾ ਨਾਮ, ਵਾਕਫੀ ਆਦਿ ਯਾਦ ਰੱਖਦੀ ਸੀ। ਜਦੋਂ ਉਹ ਆਉਂਦੇ ਤਾਂ ਉਹ ਬੜੇ ਆਦਰ ਨਾਲ ਉਹਨਾਂ ਦੇ ਨਾਮ ਲੈ ਕੇ ਬੁਲਾਉਂਦੀ ਸੀ ਅਤੇ ਉਹ ਹੈਰਾਨੀ ਅਤੇ ਪ੍ਰਸੰਨਤਾ ਨਾਲ ਗਦਗਦ ਹੋ ਜਾਂਦੇ ਸਨ। ਉਹ ਨਾ ਸਿਰਫ ਉਹਨਾਂ ਦੇ ਨਾਮ ਅਤੇ ਆਕਾਰ ਹੀ ਯਾਦ ਰੱਖਦੀ ਸੀ, ਬਲਕਿ ਇਹ ਵੀ ਉਸ ਨੂੰ ਯਾਦ ਰਹਿੰਦਾ ਸੀ ਕਿ ਉਹਨਾਂ ਗਾਹਕਾਂ ਦੀ ਵਿਸ਼ੇਸ਼ ਰੁਚੀ ਕੀ ਹੈ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਹਨ ਅਤੇ ਕਿਸ ਤਰ੍ਹਾਂ ਦੀਆਂ ਨਾਪਸੰਦ ਹਨ। ਕੁਝ ਹੋਰ ਲੜਕੀਆਂ ਜੋ ਬਹੁਤ ਪਹਿਲਾਂ ਤੋਂ ਹੀ ਉੱਥੇ ਕੰਮ ਕਰਦੀਆਂ ਸਨ, ਉਹ ਉਸ ਦਾ ਮਜ਼ਾਕ ਉਡਾਇਆ ਕਰਦੀਆਂ ਸਨ, ਪਰੰਤੂ ਜਿਸ ਸਮੇਂ ਬਾਕੀ ਲੜਕੀਆਂ ਸੁਸਤ ਖੜੀਆਂ ਰਹਿੰਦੀਆਂ, ਉਸ ਦਾ ਮਜ਼ਾਕ ਬਣਾਇਆ ਕਰਦੀਆਂ ਅਤੇ ਦੂਸਰੇ ਗਾਹਕਾਂ ਨਾਲ ਹੱਸਿਆ ਕਰਦੀਆਂ ਸਨ, ਉਸ ਵੇਲੇ ਉਹ ਸਥਿਤੀ ਦਾ, ਹਰੇਕ ਵਿਅਕਤੀ ਦਾ, ਉਸ ਦੀ ਜ਼ਰੂਰਤ ਅਤੇ ਰੁਚੀ ਦਾ ਅਧਿਐਨ ਕਰਿਆ ਕਰਦੀ ਸੀ। ਉਸਨੇ ਆਪਣੇ ਨਿਮਰ, ਕੋਮਲ ਅਤੇ ਭੱਦਰਪੂਰਨ ਵਿਹਾਰ ਨਾਲ ਗਾਹਕਾਂ ਨੂੰ ਇਸ ਪ੍ਰਕਾਰ ਵੱਸ ਵਿੱਚ ਕਰ ਲਿਆ ਕਿ ਸਾਰੇ ਉਸ ਨੂੰ ਸਰਾਹੁਣ ਲੱਗੇ। ਬਾਕੀ ਲੜਕੀਆਂ ਤੋਂ ਮਾਲ ਖਰੀਦਣ ਦੀ ਬਜਾਏ ਉਸ ਨੂੰ ਪਹਿਲ ਦੇਣ ਲੱਗੇ। ਉਹ ਸਟੋਰ ਵਿੱਚ ਜਰਾ ਉਸ ਨੂੰ ਨਾ ਦੇਖਦੇ ਤਾਂ ਬੇਚੈਨ ਹੋ ਜਾਂਦੇ। ਫਿਰ ਸਟੋਰ ਦੇ ਮਾਲਕ ਨੇ ਉਸ ਨੂੰ ਵਿਕਰੇਤਾਵਾਂ ਦੀ ਮੁੱਖ ਬਣਾ ਦਿੱਤਾ। ਇੱਕ ਹੀ ਸਾਲ ਬਾਅਦ ਉਸ ਨੂੰ ਆਪਣੇ ਵਿਭਾਗ ਵਿੱਚ ਸਭ ਤੋਂ ਜ਼ਿਆਦਾ ਤਨਖਾਹ ਮਿਲਣ ਲੱਗੀ। ਕੁਝ ਦਿਨਾਂ ਬਾਅਦ ਉਸ ਨੂੰ ਮਾਲ ਖਰੀਦਣ ਵਿੱਚ ਵੀ ਹਿੱਸਾ ਲੈਣ ਦਾ ਕਰਤੱਵ ਸੌਂਪਿਆ ਗਿਆ, ਜਿਸ ਨੇ ਉਸ ਨੂੰ ਬੜੀ ਜ਼ਿੰਮੇਵਾਰੀ ਨਾਲ ਨਿਭਾਇਆ ਅਤੇ ਇਸ ਨਾਲ ਉਸ ਦੀ ਤਨਖਾਹ ਹੋਰ ਵੱਧ ਗਈ। ਬਾਕੀ ਲੜਕੀਆਂ ਕੁੜਦੀਆਂ ਸਨ ਕਿ ਉਹਨਾਂ ਦਾ ਪੱਖਪਾਤ ਕੀਤਾ ਜਾ ਰਿਹਾ ਹੈ, ਪਰੰਤੂ ਵਪਾਰ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇਸ ਵਿੱਚ ਉਹੀ ਵਿਅਕਤੀ ਤਰੱਕੀ ਕਰਦੇ ਹਨ ਜੋ ਗਾਹਕਾਂ ਦੀ ਰੁਚੀ, ਜ਼ਰੂਰਤ ਅਤੇ ਭਾਵਨਾ ਦਾ ਖਿਆਲ ਰੱਖਦੇ ਹਨ। ਸੋ ਦੋਸਤੋ, ਇਸ ਦੇ ਨਾਲ ਹੀ ਆਪਣਾ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਆਪਾਂ ਇਸ ਤੋਂ ਅਗਲੇ ਲੇਖ ਨਾਲ। ਧੰਨਵਾਦ।